ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰ ਅੰਮ੍ਰਿਤ ਵੇਲੇ ਦੀ ਮਹਾਨਤਾ ਬਾਰੇ ਹਨ। ਇਹ ਵਿਚਾਰ ਪ੍ਰੋਫੈਸਰ ਜਗਦੀਸ਼ ਸਿੰਘ ਨੇ ਅੰਮ੍ਰਿਤ ਵੇਲਾ ਕਿਤਾਬ ਦੀ ਭੂਮਿਕਾ ਵਿੱਚ ਦਰਜ ਕੀਤੇ ਹੋਏ ਹਨ ਅਤੇ ਪੰਨਾ 13 ਤੋਂ 18 ਤੱਕ ਉਪਲਬਧ ਹਨ। ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਵਿਚਾਰਾਂ ਨੂੰ ਮੈਂ ਇਨ ਬਿਨ ਰਿਕਾਰਡ ਕਰ ਸਕਾਂ। ਸ਼ੁਰੂ ਕਰਦੇ ਹਾਂ ਜੀ। ਅੰਮ੍ਰਿਤ ਵੇਲਾ ਕਾਲ ਵਿੱਚੋਂ ਅਕਾਲ ਵੱਲ ਖੁੱਲ੍ਹਦਾ ਦੁਆਰ ਹੈ। ਅੰਮ੍ਰਿਤ ਵੇਲਾ ਕਾਲ ਵਿੱਚੋਂ ਅਕਾਲ ਵੱਲ ਖੁੱਲ੍ਹਦਾ ਦੁਆਰ ਹੈ। ਦਿਵਸ ਰਾਤ ਦੇ ਵਹਿਣ ਵਿੱਚ ਜਗਤ ਦੀ ਲੀਲਾ ਖੇਡ ਰਹੀ ਹੈ। ਦਿਵਸ ਰਾਤ ਦੇ ਵਹਿਣ ਵਿੱਚ ਜਗਤ ਦੀ ਲੀਲਾ ਖੇਡ ਰਹੀ ਹੈ। ਅੰਮ੍ਰਿਤ ਵੇਲਾ ਇਸੇ ਵਹਿਣ ਵਿੱਚ ਉਹ ਮੁਕਾਮ ਹੈ ਕਿ ਜੇ ਇਸ ਦਾ ਰਾਜ ਸੁਰਤ 'ਤੇ ਖੁੱਲ੍ਹ ਜਾਵੇ ਤਾਂ ਇਹ ਸਮੁੱਚਾ ਪਾਸਾਰ ਉਸ ਦਾ ਹੀ ਨਿੱਕਾ ਛਿਨ ਬਣ ਜਾਂਦਾ ਹੈ। ਅੰਮ੍ਰਿਤ ਵੇਲਾ ਕਾਲ ਦੇ ਦਵੰਦ ਨੂੰ, ਉਸ ਦੇ ਤਣਾਅ, ਅਧੂਰੇਪਨ, ਮੌਤ ਭੈ, ਲਾਲਸਾ ਦੀ ਭਟਕਣ ਆਦਿ ਤੋਂ ਮੁਕਤੀ ਦਾ ਧਰਵਾਸ ਦੇ ਰਿਹਾ ਹੈ। ਅੰਮ੍ਰਿਤ ਵੇਲੇ ਦੇ ਅੰਮ੍ਰਿਤੀ ਸਰਵਰ ਤੋਂ ਨੀਰ ਡੀਕ ਕੇ ਹੀ ਕਾਲ ਆਪਣੇ ਤੁਰਨ ਦਾ ਤਾਣ ਹਾਸਲ ਕਰਦਾ ਹੈ। ਉਸ ਦੀ ਹਯਾਤੀ ਦੇ ਅਧੂਰੇ ਪਸਾਰਾਂ ਦੀ ਮਾਇਆਵੀ ਚਮਕ ਤੇ ਖਿੱਚ ਅੰਮ੍ਰਿਤ ਵੇਲੇ ਦੇ ਹਯਾਤੀ ਬਖਸ਼ ਸੋਮਿਆਂ ਦੀ ਬਖਸ਼ਿਸ਼ ਸਦਕਾ ਹੀ ਹੈ। ਬੰਬੀਹੀ ਬੋਲ ਦੀ ਅੰਮ੍ਰਿਤੀ ਫੁਹਾਰ, ਤਾਰਿਆਂ ਦੀ ਰਿਮਝਿਮ, ਵਾਵਾਂ ਦੀ ਸ਼ੀਤਲ ਮਧੁਰਤਾ, ਚੁੱਪ ਸ਼ਾਂਤੀ ਦਾ ਧਿਆਨੀ ਰਸਕ ਸਿਮਰਨੀ ਹੁਲਾਰ ਅੰਮ੍ਰਿਤ ਵੇਲੇ ਦੇ ਦੈਵੀ ਸ਼ਿੰਗਾਰ ਹਨ। ਮਨੁੱਖ ਦੀ ਦੈਵੀ ਨਿਰਮਲਤਾ ਦੀ ਸੰਗਤ ਨੇ ਆਪਣੇ ਗਾਇਨ ਲਈ ਦਰਬਾਰ ਲਾਇਆ ਹੈ। ਮਨੁੱਖ ਦੀ ਦੈਵੀ ਨਿਰਮਲਤਾ ਦੀ ਸੰਗਤ ਨੇ ਆਪਣੇ ਗਾਇਨ ਲਈ ਦਰਬਾਰ ਲਾਇਆ ਹੈ। ਕਾਲ ਕਾਲ ਦੀ ਪਵਿੱਤਰਤਾ ਦੁਆ ਬਣ ਕੇ ਪ੍ਰਗਟ ਹੋ ਰਹੀ ਹੈ। ਕਾਲ ਕਾਲ ਦੀ ਪਵਿੱਤਰਤਾ ਦੁਆ ਬਣ ਕੇ ਪ੍ਰਗਟ ਹੋ ਰਹੀ ਹੈ। ਇਹ ਜਾਗੀ ਸੁਰਤ ਦਾ ਚਾਨਣ ਹੈ। ਅੰਮ੍ਰਿਤ ਵੇਲਾ ਦੇਹ ਦੀ ਪਾਰਦਰਸ਼ਤਾ ਹੈ। ਮਨੁੱਖੀ ਦੇਹ ਅਤੇ ਮਨ ਦੇ ਸਗਲੇ ਫੈਲਾਅ ਪਿੱਛੇ ਕਾਰਜਸ਼ੀਲ ਨੂਰੀ ਜਲਾਲ ਨੇ ਹੀ ਕਾਲ ਵਿੱਚ ਉਤਾਰਾ ਕਰਕੇ ਅੰਮ੍ਰਿਤ ਵੇਲੇ ਦੀ ਸਿਰਜਣਾ ਕੀਤੀ ਹੈ। ਮਨੁੱਖੀ ਦੇਹ ਅਤੇ ਮਨ ਦੇ ਸਗਲੇ ਫੈਲਾਅ ਪਿੱਛੇ ਕਾਰਜਸ਼ੀਲ ਨੂਰੀ ਜਲਾਲ ਨੇ ਹੀ ਕਾਲ ਵਿੱਚ ਉਤਾਰਾ ਕਰਕੇ ਅੰਮ੍ਰਿਤ ਵੇਲੇ ਦੀ ਸਿਰਜਣਾ ਕੀਤੀ ਹੈ। ਸੋ ਇਸ ਸਮੇਂ ਵਿੱਚ ਕਾਲ ਦੇ ਸਗਲੇ ਦਵੰਦ ਤੇ ਅਧੂਰੇਪਣ ਤੋਂ ਮੁਕਤ ਨਿਰਮਲ ਪਾਰਦਰਸ਼ਤਾ ਹੈ। ਕਾਲ ਦੀ ਸਰਗੁਣਤਾ ਨੂੰ ਨੂਰੀ ਕਰਨ ਦਾ ਇਹ ਪਲ ਮਨੁੱਖੀ ਅਨੁਭਵ ਵਿੱਚ ਨਿਹਿਤ ਅਧੂਰੇਪਣ, ਐਬ ਦੇ ਪਛਤਾਵੇ ਤੋਂ ਮੁਕਤੀ ਦਾ ਵੇਲਾ ਬਣ ਜਾਂਦਾ ਹੈ। ਮਨੁੱਖੀ ਮਨ ਦੇ ਇਤਿਹਾਸ ਦੀਆਂ ਕਾਲਖਾਂ ਅਥਰਵਣ ਭਾਰਾਂ ਨੂੰ
ਇਹ ਵੇਲਾ ਧੋ ਦਿੰਦਾ ਹੈ ਅਤੇ ਮਨੁੱਖ ਆਪਣੀ ਆਦਿ ਜੁਗਾਦੀ ਆਜ਼ਾਦੀ ਦਾ ਸੁੱਖ ਭੋਗਦਾ ਹੈ। ਅੰਮ੍ਰਿਤ ਵੇਲਾ ਪ੍ਰਤੀਕ ਮੰਡਲ ਦੇ ਮਹਾਂਪਸਾਰ ਵਿਚਲੀ ਸੂਖਮਤਾ ਅਤੇ ਅਪਹੁੰਚਤਾ ਦੀ ਉਤੇਜਨਾ 'ਚੋਂ ਬਲ ਲੱਭਦੀ ਭਾਲ ਨੂੰ ਆਪਣੀ ਛਾਂ ਹੇਠ ਥਾਂ ਦੇ ਲੈਂਦਾ ਹੈ। ਅੰਮ੍ਰਿਤ ਵੇਲਾ ਪ੍ਰਤੀਕ ਮੰਡਲ ਦੇ ਮਹਾਂਪਸਾਰ ਵਿਚਲੀ ਸੂਖਮਤਾ ਅਤੇ ਪਹੁੰਚਤਾ ਦੀ ਉਤੇਜਨਾ 'ਚੋਂ ਬਲ ਲੱਭਦੀ ਭਾਲ ਨੂੰ ਆਪਣੀ ਛਾਂ ਹੇਠ ਥਾਂ ਦੇ ਲੈਂਦਾ ਹੈ। ਪ੍ਰਤੀਕ ਅਧੂਰੇ ਨੂੰ ਪੂਰਨਤਾ ਦੇ ਪ੍ਰਭਾਵ ਦੇ ਕੇ ਅਰਥ ਦੀ ਅਦ੍ਰਿਸ਼ਟਤਾ ਨੂੰ ਹਾਸਲ ਕਰਨ ਵੱਲ ਰੁਚਿਤ ਰਹਿੰਦਾ ਹੈ। ਪ੍ਰਤੀਕ ਅਧੂਰੇ ਨੂੰ ਪੂਰਨਤਾ ਦੇ ਪ੍ਰਭਾਵ ਦੇ ਕੇ ਅਰਥ ਦੀ ਅਦ੍ਰਿਸ਼ਟਤਾ ਨੂੰ ਹਾਸਲ ਕਰਨ ਵੱਲ ਰੁਚਿਤ ਰਹਿੰਦਾ ਹੈ, ਪਰ ਪ੍ਰਤੀਕ ਦੀ ਅਦ੍ਰਿਸ਼ਟਤਾ ਨਾਲੋਂ ਇਸ ਦੀ ਸਥੂਲ ਪਾਵਨਤਾ ਮਿਲਾਪ ਰਸਕਤਾ ਦਾ ਵਿਸਮਾਦੀ ਆਨੰਦ ਸਿਰਜਦੀ ਹੈ। ਪਰ ਪ੍ਰਤੀਕ ਦੀ ਅਦ੍ਰਿਸ਼ਟਤਾ ਨਾਲੋਂ ਇਸ ਦੀ ਸਥੂਲ ਪਾਵਨਤਾ ਮਿਲਾਪ ਰਸਕਤਾ ਦਾ ਵਿਸਮਾਦੀ ਆਨੰਦ ਸਿਰਜਦੀ ਹੈ। ਇੱਥੇ ਕਾਲ ਹੋਂਦ ਪ੍ਰਤੀਕ ਦੀ ਅਦ੍ਰਿਸ਼ਟਤਾ 'ਚ ਪਲਟ ਮੁੜ ਮਿਲਾਪ ਸਥੂਲਤਾ ਦੀ ਪ੍ਰਤਿਮਾ ਸਿਰਜ ਆਪਣੀ ਅਕਾਲਤਾ ਵਿੱਚ ਜਲਵਾਗਰ ਹੁੰਦੀ ਹੈ। ਇੱਥੇ ਕਾਲ ਹੋਂਦ ਪ੍ਰਤੀਕ ਦੀ ਅਦ੍ਰਿਸ਼ਟਤਾ 'ਚ ਪਲਟ ਮੁੜ ਮਿਲਾਪ ਸਥੂਲਤਾ ਦੀ ਪ੍ਰਤਿਮਾ ਸਿਰਜ ਆਪਣੀ ਅਕਾਲਤਾ ਵਿੱਚ ਜਲਵਾਗਰ ਹੁੰਦੀ ਹੈ। ਸਰਗੁਣਤਾ ਕਾਲ ਮੁਕਤ ਹੋ ਸਰਗੁਣੀ ਅਕਾਲਤਾ 'ਚ ਜਾ ਧੜਕਦੀ ਹੈ। ਅੰਮ੍ਰਿਤ ਵੇਲਾ ਆਪਣੀ ਧਿਆਨੀ ਸਮਾਧੀ ਵਾਲੀ ਇਕਾਗਰਤਾ ਵਿੱਚ ਸਗਲ ਪਸਾਰੇ ਦਾ ਨੂਰੀ ਸੰਤੁਲਨ ਸਮਾਈ ਬੈਠੀ ਹੈ। ਅੰਮ੍ਰਿਤ ਵੇਲਾ ਆਪਣੀ ਧਿਆਨੀ ਸਮਾਧੀ ਵਾਲੀ ਇਕਾਗਰਤਾ ਵਿੱਚ ਸਗਲ ਪਸਾਰੇ ਦਾ ਨੂਰੀ ਸੰਤੁਲਨ ਸਮਾਈ ਬੈਠਾ ਹੈ। ਇਸ ਵਿੱਚ ਦਰਿਆਵਾਂ ਦੇ ਜਨਮ ਤੋਂ ਪਹਿਲੀ ਚੁੱਪ ਸ਼ਾਂਤੀ ਦੀ ਅਹਿਲਤਾ ਹੈ। ਇਸ ਵਿੱਚ ਦਰਿਆਵਾਂ ਦੇ ਜਨਮ ਤੋਂ ਪਹਿਲੀ ਚੁੱਪ ਸ਼ਾਂਤੀ ਦੀ ਅਹਿਲਤਾ ਹੈ, ਜੋ ਸਗਲ ਰਵਾਨੀ, ਸੰਗੀਤ, ਲਚਕਤਾ, ਗਹਿਰੀ ਜੋਸ਼, ਅਲਬੇਲੀ ਮਸਤ ਟੋਰ ਅਤੇ ਸੁਭਗਤਾ ਨੂੰ ਆਪਣੇ ਅਧਮੀਟੇ ਨੈਣਾਂ ਦੀ ਬੁੱਕਲ 'ਚ ਲੁਕਾਈ ਬੈਠੀ ਹੈ। ਅੰਮ੍ਰਿਤ ਵੇਲਾ ਆਪਣੇ ਦੈਵੀ ਪ੍ਰਕਾਸ਼ 'ਚੋਂ ਪੌਣਾ ਅਤੇ ਪੰਛੀਆਂ ਦੀਆਂ ਕੀਰਤਨ ਧੁਨੀਆਂ 'ਚ ਤਬਦੀਲ ਹੁੰਦਾ ਹੋਇਆ ਜਗ ਦੀ ਕਾਰ ਦੇ ਹਿੰਮਤੀ ਉਤਸ਼ਾਹ ਨੂੰ ਜਲਵਾਗਰ ਕਰਦਾ ਹੈ। ਸੰਸਾਰਕ ਕਾਰ ਦਾ ਸਗਲਾ ਉੱਦਮ ਚੇਤਨਾ ਦੇ ਰਲਵੇਂ ਮੰਡਲਾਂ ਦੇ ਪੂਰੇ ਅਧੂਰੇ ਫੈਲਾਵਾਂ ਨੂੰ ਜਗਾਉਂਦਾ ਅਸਲ ਵਿੱਚ ਅੰਮ੍ਰਿਤ ਵੇਲੇ ਦੀ ਸ਼ਾਂਤ ਸੁਖ ਰਹਿਣੀ ਮੰਜ਼ਿਲ ਨੂੰ ਹੀ ਵੰਨ ਸਵੰਨੇ ਆਦਰਸ਼ ਸਿਰਜ ਲੱਭਦਾ ਹੈ। ਸੰਸਾਰਕ ਕਾਰ ਦਾ ਸਗਲਾ ਉੱਦਮ ਚੇਤਨਾ ਦੇ ਰਲਵੇਂ ਮੰਡਲਾਂ ਦੇ ਪੂਰੇ ਅਧੂਰੇ ਫੈਲਾਵਾਂ ਨੂੰ ਜਗਾਉਂਦਾ ਅਸਲ ਵਿੱਚ ਅੰਮ੍ਰਿਤ ਵੇਲੇ ਦੀ ਸ਼ਾਂਤ ਸੁਖ ਰਹਿਣੀ ਮੰਜ਼ਿਲ ਨੂੰ ਹੀ ਵੰਨ ਸਵੰਨੇ ਆਦਰਸ਼ ਸਿਰਜ ਲੱਭਦਾ ਹੈ। ਇਹ ਕਾਲ ਗਤੀ ਤੇ ਹਰ ਰੌਸ਼ਨ ਤੇ ਹਨੇਰਮਈ ਪਹਿਲੂ ਦੇ ਅਸੰਖਾਂ ਵਰਤਾਰਿਆਂ, ਟਕਰਾਉਂਦੇ ਦਰਸ਼ਾਂ, ਨੇਕੀ ਤੇ ਮਲੀਨਤਾ ਦੀਆਂ ਨਗਰੀਆਂ ਸਭ ਵਿੱਚ ਇੱਕਸਾਰ ਕਦੇ ਗੁਪਤ ਕਦੇ ਪ੍ਰਗਟ ਵਿਚਰਦਾ ਹੈ। ਇਹ ਕਾਲ ਗਤੀ ਦੇ ਹਰ ਰੌਸ਼ਨ ਤੇ ਹਨੇਰਮਈ ਪਹਿਲੂ ਦੇ ਅਸੰਖਾਂ ਵਰਤਾਰਿਆਂ, ਟਕਰਾਉਂਦੇ ਆਦਰਸ਼ਾਂ, ਨੇਕੀ ਤੇ ਮਲੀਨਤਾ ਦੀਆਂ ਨਗਰੀਆਂ
ਸਭ ਵਿੱਚ ਇੱਕਸਾਰ ਕਦੇ ਗੁਪਤ ਕਦੇ ਪ੍ਰਗਟ ਵਿਚਰਦਾ ਹੈ। ਕਾਇਨਾਤ ਦੀ ਹਰਕਤ ਦੇ ਸਗਲੇ ਟਕਰਾਉਂਦੇ ਦਵੰਦ ਸਿਰਜ ਇੱਕ ਹੁੰਦੇ ਤੇ ਮੁੜ ਦਵੰਦ 'ਚ ਪਲਟ ਕਾਇਨਾਤ ਦੀ ਸਿਰਜਣਾ 'ਚ ਸਹਾਇਕ ਵਰਤਾਰਿਆਂ ਨੂੰ ਉਸਨੇ ਆਪ ਹੀ ਸਿਰਜਿਆ ਹੈ। ਕਾਇਨਾਤ ਦੀ ਹਰਕਤ ਦੇ ਸਗਲੇ ਟਕਰਾਉਂਦੇ ਦਵੰਦ ਸਿਰਜ ਇੱਕ ਹੁੰਦੇ ਤੇ ਮੁੜ ਦਵੰਦ 'ਚ ਪਲਟ ਕਾਇਨਾਤ ਦੀ ਸਿਰਜਣਾ 'ਚ ਸਹਾਇਕ ਵਰਤਾਰਿਆਂ ਨੂੰ ਉਸਨੇ ਆਪ ਹੀ ਸਿਰਜਿਆ ਹੈ। ਇਹ ਸਗਲੀ ਚੋਜੀ ਖੇਡ ਉਸਦੇ ਆਪਣੇ ਅੰਦਰ ਹੀ ਹੈ, ਪਰ ਅੰਮ੍ਰਿਤ ਵੇਲਾ ਇਸ ਦਾ ਆਦਿ ਛਿਣ ਵੀ ਹੈ। ਅੰਮ੍ਰਿਤ ਵੇਲੇ ਦੀ ਸਵੱਛ ਅਨੁਭੂਤੀ ਦਾ ਫੈਲਾ ਸੁਰਤ ਉੱਤੇ ਹੋਂਦ ਦੇ ਆਦਿ ਬਿੰਦੂ ਦੇ ਨੂਰਾਨੀ ਅਤੇ ਰਸਕ ਓਜਮਈ ਸੋਮੇ ਹੋਣ ਦੀ ਗਵਾਹੀ ਦਿੰਦਾ ਹੈ। ਅੰਮ੍ਰਿਤ ਵੇਲੇ ਦੀ ਸਵੱਛ ਅਨੁਭੂਤੀ ਦਾ ਫੈਲਾ ਸੁਰਤ ਉੱਤੇ ਹੋਂਦ ਦੇ ਆਦਿ ਬਿੰਦੂ ਦੇ ਨੂਰਾਨੀ ਅਤੇ ਰਸਕ ਓਜਮਈ ਸੋਮੇ ਹੋਣ ਦੀ ਗਵਾਹੀ ਦਿੰਦਾ ਹੈ। ਹੋਂਦ ਦਾ ਆਦਿ ਨੂਰ ਦਾ ਪਲ ਜਾਗਿਆ ਰਸਕ ਪਲ ਹੈ, ਨਾ ਕਿ ਹਨੇਰੀ ਧੁੰਦ 'ਚੋਂ ਅਚਾਨਕ ਵਾਪਰਿਆ ਪਾਸ਼ਵਿਕ ਅਣਘੜਤਾ ਦਾ ਵਰਤਾਰਾ। ਇਹ ਆਦਿ ਜੁਗਾਦ ਦੀ ਰੂਪ ਦੈਵੀ ਪਵਿੱਤਰਤਾ ਦੀ ਮਨੋਰਥਪੂਰਨ ਰਸਵੰਤ ਚੋਜੀ ਲੀਲਾ ਹੈ। ਇਹ ਆਦਿ ਜੁਗਾਦ ਦੀ ਰੂਪ ਦੈਵੀ ਪਵਿੱਤਰਤਾ ਦੀ ਮਨੋਰਥਪੂਰਨ ਰਸਵੰਤ ਚੋਜੀ ਲੀਲਾ ਹੈ। ਇਸ ਨੂੰ ਰੇਖਕੀ ਸਮੇਂ ਲੀਨੀਅਰ ਟਾਈਮ ਦੀ ਅਕਹਿਰੀ ਚੇਤਨਾ ਦੇ ਸਗਲੇ ਫੈਲਾਅ ਦੇ ਅਧੀਨ ਨਹੀਂ ਲਿਆਂਦਾ ਜਾ ਸਕਦਾ। ਅੰਮ੍ਰਿਤ ਵੇਲਾ ਕਾਲ ਦੇ ਸਗਲ ਫੈਲਾਅ ਨੂੰ ਆਪਣੇ 'ਚ ਸਮੋਈ ਬੈਠਾ ਹੈ। ਇਹ ਕਾਲ ਦੇ ਹਰ ਛਿਨ ਵਿੱਚ ਵੀ ਮੌਜੂਦ ਹੈ ਅਤੇ ਬਾਹਰੀ ਜੀਵਨ ਗਤੀ ਦੇ ਜ਼ਬਤ ਨੂੰ ਧਾਰਨ ਕਰਦਾ ਹੋਇਆ ਕਾਲ ਦੇ ਵਿੱਚ ਵੀ ਹੈ। ਇਹ ਉਹ ਪਾਰਦਰਸ਼ੀ ਕੇਂਦਰ ਹੈ ਜਿਸ ਦੁਆਲੇ ਕਾਲ ਘੁੰਮ ਰਿਹਾ ਹੈ ਅਤੇ ਇਹ ਆਪ ਕਾਲ ਦੀ ਸਗਲੀ ਵਨਸਵੰਤਤਾ ਵਿੱਚ ਰਚ ਕੇ ਆਪਣੀ ਨਿਰਮਲਤਾ ਦਾ ਜਾਗਰਤ ਰੂਪ ਕਾਲ ਉੱਤੇ ਪ੍ਰਗਟ ਕਰਨਾ ਲੋਚ ਰਿਹਾ ਹੈ। ਅੰਮ੍ਰਿਤ ਵੇਲੇ ਦੀ ਦਿਵਯਤਾ ਦਰਸਾਉਂਦੀ ਹੈ ਕਿ ਸੰਪੂਰਨਤਾ ਅਧੂਰੇਪਨ ਤੋਂ ਪਹਿਲਾਂ ਮੌਜੂਦ ਹੈ। ਅੰਮ੍ਰਿਤ ਵੇਲੇ ਦੀ ਦਿਵਯਤਾ ਦਰਸਾਉਂਦੀ ਹੈ ਕਿ ਸੰਪੂਰਨਤਾ ਅਧੂਰੇਪਨ ਤੋਂ ਪਹਿਲਾਂ ਮੌਜੂਦ ਹੈ। ਅਧੂਰੇਪਨ ਤੋਂ ਪਹਿਲਾਂ ਮੌਜੂਦ ਹੈ। ਮੰਜ਼ਿਲ 'ਚੋਂ ਵਾਟ ਨਿਕਲਦੀ ਹੈ। ਦਰਿਆ ਸਾਗਰ 'ਚੋਂ ਹੀ ਜੰਮ ਸਾਗਰ ਨੂੰ ਲੱਭਦਾ ਹੈ। ਹਰ ਕਸੇ ਕੂ ਦੂਰ ਮਾਨਿੰਦੇ ਅਜ ਅਸਲੇ ਖਵੈਸ਼ ਬਾਜ ਜੁਵਦ ਰੁਜ਼ਗਾਰੇ ਵਸਲੇ ਖਵੈਸ਼। ਮਸਨਵੀ ਮੌਲਾਨਾ ਰੂਮ। ਜਿਹੜਾ ਵੀ ਆਪਣੇ ਅਸਲ ਤੋਂ ਦੂਰ ਹੋ ਜਾਂਦਾ ਹੈ ਉਹ ਮੁੜ ਆਪਣੇ ਵਸਲ ਦਾ ਜ਼ਮਾਨਾ ਢੂੰਡਦਾ ਹੈ। ਸੁਹਿਰਦ ਅਨੁਭਵ ਜਦੋਂ ਵਿਸਮਾਦ ਦੀ ਵਿਰਾਟਤਾ ਨੂੰ ਹਾਸਲ ਕਰਦਾ ਹੈ ਤਾਂ ਕੁਦਰਤ ਦੇ ਮਹਾਂਪਸਾਰ ਦੇ ਝਲਕਾਰੇ ਵਿੱਚ ਜੀਵਨ ਦੀਆਂ ਪ੍ਰਚਲਿਤ ਤੋਰਾਂ ਨਿੱਕਾ ਜਿਹਾ ਛਿਣ ਲੱਗਣ ਲੱਗ ਪੈਂਦੀਆਂ। ਸੁਹਿਰਦ ਅਨੁਭਵ ਜਦੋਂ ਵਿਸਮਾਦ ਦੀ ਵਿਰਾਟਤਾ ਨੂੰ ਹਾਸਲ ਕਰਦਾ ਹੈ ਤਾਂ ਕੁਦਰਤ ਦੇ ਮਹਾਂਪਸਾਰ ਦੇ ਝਲਕਾਰੇ ਵਿੱਚ ਜੀਵਨ ਦੀਆਂ ਪ੍ਰਚਲਿਤ ਤੋਰਾਂ ਨਿੱਕਾ ਜਿਹਾ ਛਿਣ ਲੱਗਣ ਲੱਗ ਪੈਂਦੀਆਂ ਹਨ। ਜ਼ਿੰਦਗੀ ਦੇ ਪੇਚੀਦਾ ਤਾਣੇ ਬਾਣੇ ਵੀ ਅਨੁਭਵ ਦੀ ਸਿਖਰ ਦੇ ਸਹਿਜ ਵਿੱਚ ਜਾ ਸਰਲਤਾ 'ਚ ਆ ਜਾਂਦੇ ਹਨ। ਜ਼ਿੰਦਗੀ ਦੇ ਪੇਚੀਦਾ ਤਾਣੇ ਬਾਣੇ ਵੀ ਅਨੁਭਵ ਦੀ ਸਿਖਰ ਦੇ ਸਹਿਜ ਵਿੱਚ ਜਾ ਸਰਲਤਾ 'ਚ ਆ ਜਾਂਦੇ ਹਨ। ਅੰਮ੍ਰਿਤ ਵੇਲਾ, ਸਿਖਰ ਦੁਪਹਿਰਾਂ, ਤਰਕਾਲਾਂ ਅਤੇ ਰਾਤਾਂ ਦੇ ਹੁਸਨ ਤੇ ਕਹਿਰ ਸਭ ਨੂੰ ਆਪਣੇ 'ਚੋਂ ਪ੍ਰਗਟ ਕਰ ਉਹਨਾਂ ਨੂੰ ਸੰਪੂਰਨ ਫੈਲਾਅ ਦਾ ਹੱਕ ਦਿੰਦਾ ਹੋਇਆ
ਉਹਨਾਂ ਦੀ ਚਾਹਤ ਦਾ ਆਖਰੀ ਘਰ ਵੀ ਆਪ ਹੀ ਬਣਦਾ ਹੈ। ਅੰਮ੍ਰਿਤ ਵੇਲਾ, ਸਿਖਰ ਦੁਪਹਿਰਾਂ, ਤਰਕਾਲਾਂ ਅਤੇ ਰਾਤਾਂ ਦੇ ਹੁਸਨ ਤੇ ਕਹਿਰ ਸਭ ਨੂੰ ਆਪਣੇ 'ਚੋਂ ਪ੍ਰਗਟ ਕਰ ਉਹਨਾਂ ਨੂੰ ਸੰਪੂਰਨ ਫੈਲਾਅ ਦਾ ਹੱਕ ਦਿੰਦਾ ਹੋਇਆ ਉਹਨਾਂ ਦੀ ਚਾਹਤ ਦਾ ਆਖਰੀ ਘਰ ਵੀ ਆਪ ਹੀ ਬਣਦਾ ਹੈ। ਰੌਣਕਾਂ, ਭਟਕਣਾ, ਹਿੰਮਤੀ ਸਫ਼ਰਾਂ ਸਭ ਨੂੰ ਆਪਣੇ ਫੈਲਾਅ ਦੀ ਸੰਪੂਰਨਤਾ ਦੇਖਣ ਦਾ ਹੱਕ ਹੈ। ਰੌਣਕਾਂ, ਭਟਕਣਾ, ਹਿੰਮਤੀ ਸਫ਼ਰਾਂ ਸਭ ਨੂੰ ਆਪਣੇ ਫੈਲਾਅ ਦੀ ਸੰਪੂਰਨਤਾ ਦੇਖਣ ਦਾ ਹੱਕ ਹੈ। ਕਾਲ ਦੀ ਸਗਲੀ ਤੌਰ 'ਤੇ ਵੰਨ-ਸੁਵੰਨਤਾ ਦੇ ਬੇਸ਼ੁਮਾਰ ਰੂਪ, ਅਚੰਭਾਜਨਕ ਪੇਚੀਦਗੀ 'ਚ ਚੱਲਦੇ ਹੋਏ ਵੀ ਕਿਸੇ ਪਾਰਦਰਸ਼ੀ ਨਿਯਮ 'ਚ ਇਕਸੁਰ ਹਨ। ਕਾਲ ਦੀ ਸਗਲੀ ਤੌਰ 'ਤੇ ਵੰਨ-ਸੁਵੰਨਤਾ ਦੇ ਬੇਸ਼ੁਮਾਰ ਰੂਪ, ਅਚੰਭਾਜਨਕ ਪੇਚੀਦਗੀ 'ਚ ਚੱਲਦੇ ਹੋਏ ਵੀ ਕਿਸੇ ਪਾਰਦਰਸ਼ੀ ਨਿਯਮ 'ਚ ਇਕਸੁਰ ਹਨ। ਅੰਮ੍ਰਿਤ ਵੇਲੇ ਦਾ ਅਨੁਭਵੀ ਪਸਾਰ ਸਗਲੀ ਹਰਕਤ ਦਾ ਸੋਮਾ ਤੇ ਪਾਲਕ ਹੈ। ਅੰਮ੍ਰਿਤ ਵੇਲੇ ਦਾ ਅਨੁਭਵੀ ਪਾਸਾਰ ਸਗਲੀ ਹਰਕਤ ਦਾ ਸੋਮਾ ਤੇ ਪਾਲਕ ਹੈ ਤੇ ਕਿਸੇ ਹੋਰ ਡੂੰਘੀ ਰਮਜ 'ਚ ਹਰਕਤ ਵੀ ਆਪ ਹੀ ਹੈ। ਇਹ ਅਨੁਭਵ ਦੀਆਂ ਅਨੰਤ ਤਹਿਆਂ ਨੂੰ, ਕੁੱਲ ਉਚਾਈਆਂ ਗਹਿਰਾਈਆਂ ਨੂੰ ਸੰਪੂਰਨ ਆਜ਼ਾਦੀਆਂ ਦਿੰਦਾ ਹੋਇਆ ਕਾਲ ਵਿੱਚ ਕਿਸੇ ਬੱਝਵੀਂ ਤਰਲਤਾ ਵਿੱਚ ਤੋਰਦਾ ਹੈ। ਇਸ ਦੇ ਧੁਰ ਅੰਦਰਲੀ ਸ਼ਾਂਤ ਕੋਠੜੀ ਵਿੱਚ ਹਰ ਸ਼ੈ ਸਥੂਲਤਾ ਤੇ ਤਰਲਤਾ ਦੇ ਇਕੱਠੇ ਵਹਿਣ ਵਿੱਚ ਪਲਟਦੀ ਰਹਿੰਦੀ ਹੈ। ਇਸ ਦੇ ਧੁਰ ਅੰਦਰਲੀ ਸ਼ਾਂਤ ਕੋਠੜੀ ਵਿੱਚ ਹਰ ਸ਼ੈ ਸਥੂਲਤਾ ਤੇ ਤਰਲਤਾ ਦੇ ਇਕੱਠੇ ਵਹਿਣ ਵਿੱਚ ਪਲਟਦੀ ਰਹਿੰਦੀ ਹੈ। ਕਾਲ ਰੋਗ ਤੋਂ ਮੁਕਤ ਹੋਣ ਲਈ ਉਹ ਤਰਲਤਾ 'ਚ ਵਹਿੰਦੀ ਹੈ। ਕਾਲ ਰੋਗ ਤੋਂ ਮੁਕਤ ਹੋਣ ਲਈ ਉਹ ਤਰਲਤਾ 'ਚ ਵਹਿੰਦੀ ਹੈ ਤੇ ਅਦ੍ਰਿਸ਼ਟ ਅਪਕੜਤਾ ਦੀ ਠਰੀ ਅਪਾਹਜਤਾ ਤੋਂ ਮੁਕਤ ਹੋ ਉਰਸ ਇੱਕ ਮਿੰਟ ਦੀ ਵੇਟ ਕਰੋ ਜੀ। ਸੁਹਿਰਦ ਅਨੁਭਵ ਜਦੋਂ ਵਿਸਮਾਦ ਦੀ ਵਿਰਾਟਤਾ ਨੂੰ ਹਾਸਲ ਕਰਦਾ ਹੈ ਤਾਂ ਕੁਦਰਤ ਦੇ ਮਹਾਂਪਸਾਰ ਦੇ ਝਲਕਾਰੇ ਵਿੱਚ ਜੀਵਨ ਦੀਆਂ ਪ੍ਰਚਲਿਤ ਤੋਰਾਂ ਨਿੱਕਾ ਜਿਹਾ ਛਿਣ ਲੱਗਣ ਲੱਗ ਪੈਂਦੀਆਂ ਹਨ। ਜ਼ਿੰਦਗੀ ਦੇ ਪੇਚੀਦਾ ਦਾਣੇ ਬਾਣੇ ਵੀ ਅਨੁਭਵ ਦੀ ਸਿਖਰ 'ਤੇ ਸਹਿਜ ਵਿੱਚ ਜਾ ਸਰਲਤਾ 'ਚ ਆ ਜਾਂਦੇ ਹਨ। ਅੰਮ੍ਰਿਤ ਵੇਲਾ, ਸਿਖਰ ਦੁਪਹਿਰਾਂ, ਤਰਕਾਲਾਂ ਅਤੇ ਰਾਤਾਂ ਦੇ ਹੁਸਨ ਤੇ ਕਹਿਰ ਸਭ ਨੂੰ ਆਪਣੇ 'ਚੋਂ ਪ੍ਰਗਟ ਕਰ ਉਹਨਾਂ ਨੂੰ ਸੰਪੂਰਨ ਫੈਲਾਅ ਦਾ ਹੱਕ ਦਿੰਦਾ ਹੋਇਆ ਉਹਨਾਂ ਦੀ ਚਾਹਤ ਦਾ ਆਖਰੀ ਘਰ ਵੀ ਆਪ ਹੀ ਬਣਦਾ ਹੈ। ਰੌਣਕਾਂ, ਭਟਕਣਾ, ਹਿੰਮਤੀ ਸਫ਼ਰਾਂ ਸਭ ਨੂੰ ਆਪਣੇ ਫੈਲਾਅ ਦੀ ਸੰਪੂਰਨਤਾ ਦੇਖਣ ਦਾ ਹੱਕ ਹੈ। ਕਾਲ ਦੀ ਸਗਲੀ ਤੌਰ ਤੇ ਵੰਨ-ਸੁਵੰਨਤਾ ਦੇ ਬੇਸ਼ੁਮਾਰ ਰੂਪ, ਅਚੰਭਾਜਨਕ ਪੇਚੀਦਗੀ 'ਚ ਚੱਲਦੇ ਹੋਏ ਵੀ ਕਿਸੇ ਪਾਰਦਰਸ਼ੀ ਨਿਯਮ 'ਚ ਇਕਸੁਰ ਹਨ। ਅੰਮ੍ਰਿਤ ਵੇਲੇ ਦਾ ਅਨੁਭਵੀ ਪਾਸਾਰ ਸਗਲੀ ਹਰਕਤ ਦਾ ਸੋਮਾ ਤੇ ਪਾਲਕ ਹੈ ਤੇ ਕਿਸੇ ਹੋਰ ਡੂੰਘੀ ਰਮਜ 'ਚ ਹਰਕਤ ਵੀ ਆਪ ਹੀ ਹੈ। ਇਹ ਅਨੁਭਵ ਦੀਆਂ ਅਨੰਤ ਤਹਿਆਂ ਨੂੰ, ਕੁੱਲ ਉਚਾਈਆਂ ਗਹਿਰਾਈਆਂ ਨੂੰ ਸੰਪੂਰਨ ਆਜ਼ਾਦੀਆਂ ਦਿੰਦਾ ਹੋਇਆ ਕਾਲ ਵਿੱਚ ਕਿਸੇ ਬੱਝਵੀਂ ਤਰਲਤਾ ਵਿੱਚ ਤੋਰਦਾ ਹੈ। ਇਸ ਦੇ ਧੁਰ ਅੰਦਰਲੀ ਸ਼ਾਂਤ ਕੋਠੜੀ ਵਿੱਚ ਹਰ ਸ਼ੈ ਸਥੂਲਤਾ ਤੇ ਤਰਲਤਾ ਦੇ ਇਕੱਠੇ ਵਹਿਣ ਵਿੱਚ ਪਲਟਦੀ ਰਹਿੰਦੀ ਹੈ। ਕਾਲ ਰੋਗ ਤੋਂ ਮੁਕਤ ਹੋਣ ਲਈ ਉਹ ਤਰਲਤਾ 'ਚ ਵਹਿੰਦੀ ਹੈ ਤੇ ਅਦ੍ਰਿਸ਼ਟ ਪਕੜਤਾ ਦੀ ਠਰੀ ਪਹੁੰਚਤਾ ਤੋਂ ਮੁਕਤ ਹੋ ਉਹ ਸਥੂਲਤਾ ਦੇ ਰਸੀਲੇ ਨਿੱਘ ਵਿੱਚ ਢਲਦੀ ਹੈ। ਕਾਲ ਰੋਗ ਤੋਂ ਮੁਕਤ ਹੋਣ ਲਈ ਉਹ ਤਰਲਤਾ 'ਚ ਵਹਿੰਦੀ ਹੈ ਤੇ ਅਦ੍ਰਿਸ਼ਟ ਪਕੜਤਾ ਦੀ ਠਰੀ ਪਹੁੰਚਤਾ ਤੋਂ ਮੁਕਤ ਹੋ ਉਹ ਸਥੂਲਤਾ ਦੇ ਰਸੀਲੇ ਨਿੱਘ ਵਿੱਚ ਢਲਦੀ ਹੈ। ਇਸ ਦੇ ਪਲਟਣ ਦੀ ਬਿਜਲਈ ਗਤੀ ਵਾਲਾ
ਸਹਿਜ ਸੰਕਲਪਿਕ ਢਾਂਚਿਆਂ ਦੀ ਪਕੜ ਵਿੱਚ ਤਾਂ ਨਹੀਂ ਆਉਂਦਾ। ਇਸ ਦੇ ਪਲਟਣ ਦਾ ਬਿਜਲਈ ਗਤੀ ਵਾਲਾ ਸਹਿਜ ਸੰਕਲਪਿਕ ਢਾਂਚਿਆਂ ਦੀ ਪਕੜ ਵਿੱਚ ਤਾਂ ਨਹੀਂ ਆਉਂਦਾ, ਪਰ ਸੱਚੇ ਇਕਸੁਰ ਯਤਨਾਂ ਨੂੰ ਆਪਣੇ ਨੂਰੀ ਚਾਨਣ ਦੇ ਅਚੰਭੇ ਵਿੱਚ ਲੀਨ ਜ਼ਰੂਰ ਕਰ ਲੈਂਦਾ ਹੈ। ਇਕਸੁਰ ਹੋਈ ਵੈਰਾਗੀ ਭਾਲ ਲਈ ਅੰਮ੍ਰਿਤ ਵੇਲਾ ਨਦਰ ਦਾ ਸਮਾਂ ਹੀ ਹੈ। ਹਰ ਜਗਿਆਸਾ ਲਈ ਗਿਆਨ ਦੀ ਸਹਿਜ ਪਾਰਦਰਸ਼ਤਾ ਹੈ। ਹਰ ਜਗਿਆਸਾ ਲਈ ਗਿਆਨ ਦੀ ਸਹਿਜ ਪਾਰਦਰਸ਼ਤਾ ਹੈ ਅਤੇ ਦੈਵੀ ਮਿਲਾਪ ਲਈ ਇੱਕ ਚੁੱਪ ਉਦਾਤ ਇਕੱਲਤਾ ਦਾ ਵਿਸਮਾਦੀ ਵਿਸ਼ਾਲ ਹੈ। ਹਰ ਜਗਿਆਸਾ ਲਈ ਗਿਆਨ ਦੀ ਸਹਿਜ ਪਾਰਦਰਸ਼ਤਾ ਹੈ ਅਤੇ ਦੈਵੀ ਮਿਲਾਪ ਲਈ ਇੱਕ ਚੁੱਪ ਉਦਾਤ ਇਕੱਲਤਾ ਦਾ ਵਿਸਮਾਦੀ ਵਿਸ਼ਾਲ ਹੈ। ਇਸ ਘੜੀ ਸਰੀਰ ਤੇ ਮਨ ਦੇ ਸਗਲੇ ਫੈਲਾਅ ਦੀ ਅੰਦਰੂਨੀ ਟਕਰਾਵੀਂ ਤੇ ਸਵੈ ਸ਼ੱਕੀ ਇਸ ਘੜੀ ਸਰੀਰ ਤੇ ਮਨ ਦੇ ਸਗਲੇ ਫੈਲਾਅ ਦੀ ਅੰਦਰੂਨੀ ਟਕਰਾਵੀਂ ਤੇ ਸਵੈ ਸ਼ੱਕੀ ਸਥਿਤੀ ਸ਼ਾਂਤ ਹੋ ਆਪਣੀ ਸ਼ੁੱਧ ਕਮਾਈ ਦਾ ਪੱਲਾ ਫੈਲਾ ਕੇ ਸੰਪੂਰਨਤਾ ਦਾ ਦਾਨ ਲੋੜਦੀ ਹੈ।